ਮੇਰੇ ਨਾਲ ਨੇ ਜੀ ਇਸ ਵੇਲੇ ਹਕੀਮ ਜ਼ਹੂਰ ਅਹਿਮਦ ਸਾਹਿਬ। ਇਹ ਕਿੰਨੇ ਸਾਲ ਬਾਅਦ ਆਏ ਜੀ? ਮੈਂ ਜੀ ਇਹ ਸਨ 83 ਚ ਇਸ ਡੇਰੇ ਚ ਰਾਤ ਕਹਿੰਦੇ ਜੀ 1983 ਚ ਮੈਂ ਆਇਆ ਸੀ ਤੇ ਹੁਣ ਹੈਗਾ 2020 ਤੇ ਉਹ ਵੀ ਮੁੱਕ ਗਿਆ। ਅੱਜ ਤਰੀਕ ਹੋ ਗਈ ਅਕਤੂਬਰ ਦੀ 30 ਤੇ ਇੰਨੇ ਅਰਸੇ ਬਾਅਦ ਤਸ਼ਰੀਫ ਲਿਆਏ ਆ। ਇਹਨਾਂ ਨਾਲ ਗੱਲ ਕਰਦੇ ਆ ਜੀ, ਉਦੋਂ ਕਿੱਦਾਂ ਆਏ ਸੀ ਤੇ ਹੁਣ ਕਿੱਦਾਂ ਯਾਦ ਆ ਗਈ? ਉਹ ਜੀ ਮੈਂ ਨਾ ਪਿਛਾ ਸਾਡਾ ਪਿੰਡ 13 ਚੱਕ 4 ਚੱਕ ਰਸਾਲੇ ਦੇ ਕੋਲ। ਅੱਛਾ ਜੀ। ਉੱਥੋਂ ਅਸੀਂ ਇਸ 15 ਚੱਕ ਡਿਓੜੀ ਪਿੰਡ ਦੇ ਵਿੱਚ ਆ ਗਏ ਰਹਿਸ਼ ਲੈ ਕੇ। ਅੱਛਾ ਜੀ। ਮੈਂ ਉੱਥੋਂ ਸਵੇਰ 4 ਵਜੇ ਮਾਲ ਦੋ ਭਰਾ ਸੀ, ਅਸੀਂ 12-14 ਸਾਡੇ ਕੋਲ ਡੰਗਰ ਸੀ ਜੀ। ਅਸੀਂ ਰਾਤ ਤੁਰਦੇ ਮਤਲਬ ਦਿਨੇ ਅਸੀਂ ਤੁਰ ਪਏ 4 ਵਜੇ ਤੋਂ ਸਵੇਰ। ਹਾਂਜੀ। ਨਾ ਉਦੋਂ ਹੋਟਲ ਹੁੰਦੇ ਸੀ, ਨਾ ਕੋਲ ਪੈਸਾ ਹੁੰਦਾ ਸੀ ਵੀ ਕਿਸੇ ਦੁਕਾਨ ਤੋਂ ਕੋਈ ਸ਼ੈ ਹੀ ਲੈ ਕੇ ਖਾ ਲਈਏ, ਨਾ ਉਦੋਂ ਦੁਕਾਨਾਂ ਹੀ ਹੁੰਦੀਆਂ ਸੀ। ਠੀਕ ਹੈ ਜੀ। ਮਾਲ ਟੋਰੀ ਰੱਖਿਆ, ਨਾ ਸਾਨੂੰ ਕਿਸੇ ਰੋਟੀ ਪੁੱਛੀ, ਨਾ ਅਸੀਂ ਕਿਸੇ ਤੋਂ ਮੰਗੀ। ਰਾਤ ਦੇ 11 ਵਜੇ ਅਸੀਂ ਇੱਥੇ ਇੱਕ ਛੋਟਾ ਜਿਹਾ ਗੁਜਰਾਂ ਦਾ ਪਿੰਡ ਹੈ, ਉਹਨੂੰ ਗੰਜੀ ਹੱਟੀ ਬੋਲਦੇ ਨੇ, ਇਹ ਆਪਣਾ ਮਾਨਾ ਵਾਲੇ ਰੋਡ ਦੇ ਉੱਤੇ। ਅਸੀਂ ਉੱਥੇ ਆ ਕੇ ਇੱਕ ਬੰਦੇ ਨਾਲ ਸਵਾਲ ਕੀਤਾ ਕਿ ਵੀ ਅਸੀਂ ਰਾਤ ਰਹਿਣੀ ਹੈ। ਰਾਤ ਦੇ 11 ਦਾ ਟਾਈਮ ਹੋ ਗਿਆ, ਮਹੀਨਾ ਜੇਠ ਦਾ ਹੋਵੇ। ਉਹ ਕਹਿਣ ਲੱਗਾ ਵੀ ਸਾਡੇ ਪਿੰਡ 'ਚ ਅਸੀਂ ਤੈਨੂੰ ਕਿਹੜਾ ਰਾਤ ਰੱਖੀ, ਅਸੀਂ ਕਿੱਧਰ ਜਾਈਏ? ਕੋਈ ਨਾ ਜੀ, ਬੰਦਾ ਨਾ ਮੈਨੂੰ ਮਿਲੇ। ਸਾਰੇ ਪਿੰਡ 'ਚ ਮੈਂ ਫਿਰਿਆ, ਨਲਾਇਕ ਜੀ ਕਿਸਮ ਦੇ ਆਦਮੀ ਮਿਲਦੇ ਰਹੇ, ਕੋਈ ਬੇਅਕਲ ਮਿਲਦੇ ਰਹੇ। ਬਾਕੀ ਪਿੰਡਾਂ ਦੇ ਵਿੱਚ ਅੱਛੇ ਆਦਮੀ ਵੀ ਹੁੰਦੇ ਨੇ, ਸਾਰੀ ਦੁਨੀਆ ਬੁਰੀ ਨਹੀਂ ਹੁੰਦੀ। ਕਈ ਬੰਦਿਆਂ ਕੋਲ ਵਸੈਲ ਵੀ ਨਹੀਂ ਹੁੰਦਾ। ਉਹਨੇ ਮੈਨੂੰ ਕਿਹਾ ਭਾਈ ਮੈਂ ਤੈਨੂੰ ਕੀ ਦੱਸਾਂ। ਮੈਂ ਕਿਹਾ ਯਾਰ ਕੋਈ ਬੰਦਾ ਰਾਤ ਰੱਖਣ ਵਾਲਾ, ਕੋਈ ਵਸੈਲ ਵਾਲਾ ਬੰਦਾ ਤੂੰ ਮੈਨੂੰ ਦੱਸ ਦੇ ਤੇ ਮੈਂ ਚਲੋ ਆਪੇ ਚਲਾ ਜਾਂਦਾ। ਉਹਨੇ ਮੈਨੂੰ ਨਾ ਇੱਕ ਗੁੱਜਰ ਬਲਾਦਰੀ ਦਾ ਬਜ਼ੁਰਗ ਸੀ, ਉਹਦਾ ਨਾਂ ਲਿਆ ਤੇ ਕਹਿਣ ਲੱਗਾ ਵੀ ਉਹਦੇ ਕੋਲ ਤੁਸੀਂ ਚਲੇ ਜਾਓ, ਉਹ ਤੁਹਾਨੂੰ ਰਾਤ ਰੱਖ ਲੇਗਾ। ਨਾ ਉਹ ਸਾਨੂੰ ਜਾਣਦੇ ਸੀ, ਨਾ ਅਸੀਂ ਉਹਨਾਂ ਨੂੰ ਜਾਣਦੇ ਸੀ। ਅਸੀਂ ਉਦੋਂ ਛੋਟੀ ਉਮਰ 'ਚ ਸਾਂ, ਉਹ ਉਦੋਂ ਸਿਆਣੀ ਉਮਰ 'ਚ ਸੀ। ਮੈਂ ਆ ਕੇ ਡੇਰਾ ਜਦੋਂ ਵੇਖਿਆ ਨਾ ਤੇ ਡੇਰੇ ਦੇ ਉੱਤੇ ਪੰਚਾਇਤ ਬੈਠੀ। ਮੈਂ ਸਵਾਲ ਕਰ ਦਿੱਤਾ, ਮੈਂ ਕਿਹਾ ਜੀ ਮੈਂ 15 ਚੱਕ ਡਿਓੜੀ ਜਾਣਾ, 13 ਚੱਕੋਂ ਮੈਂ ਆਇਆ, ਮੇਰੇ ਕੋਲ 12-14 ਡੰਗਰ ਨੇ, 2 ਅਸੀਂ ਬੰਦੇ ਹਾਂ, ਅਸੀਂ ਰਾਤ ਰਹਿਣਾ। ਉਹੋ ਹੀ ਬੰਦਾ ਬੋਲਿਆ ਜਿਹਦਾ ਉਹਨੇ ਨਾਂ ਦੱਸਿਆ ਸੀ ਉਸ 150 ਦੇ ਬੰਦੇ ਦੇ ਵਿੱਚੋਂ। ਉਹਦਾ ਪੁੱਤ ਸੀ ਜਾਂ ਭਤੀਜਾ ਸੀ। ਉਹਨੇ ਕਿਹਾ ਪ੍ਰਾਹੁਣਿਆਂ ਦਾ ਮਾਲ ਬਣਾ। ਮਾਲ ਬਣਾ ਦਿੱਤਾ। ਉੱਥੇ ਪਰਿਆ ਪੰਚਾਇਤ ਦੀਆਂ ਉਹਨਾਂ ਦਾ ਫੈਸਲਾ, ਗੱਲ ਹੁੰਦੀ ਰਹੀ। ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਪੌਣੇ ਬਾਅਦ ਉਹ ਸਾਡੇ ਕੋਲ ਆਏ ਤੇ ਉਹਨਾਂ ਨੇ ਆ ਕੇ ਆਪਣੇ ਨੌਕਰ ਸੀ ਜਾਂ ਉਹਦਾ ਭਤੀਜਾ ਸੀ ਜਾਂ ਉਹਦਾ ਬੱਚਾ ਸੀ, ਉਹਨੂੰ ਕਹਿਣ ਲੱਗੇ ਆਪਣਾ ਮਾਲ ਪਿੱਛੇ ਕਰ। ਖਾਲਿਦ ਦਾ ਬੜਾ ਸੋਹਣਾ ਗਤਾਵਾ ਸ਼ਤਾਵਾ ਮਾਲ ਨੂੰ ਵੰਡਾ ਛੰਡਾ ਪਾਇਆ ਹੋਇਆ ਸੀ, ਪਰ ਉਹਨਾਂ ਦਾ ਮਾਲ ਅੱਗੇ ਕਰ ਦੇ। ਜਨਾਬ ਸਾਡਾ ਮਾਲ ਉੱਤੇ ਬੰਨ੍ਹ ਦਿੱਤਾ, ਆਪਣਾ ਮਾਲ ਪਿੱਛੇ ਕਰ ਦਿੱਤਾ। ਮੈਂ ਆਖਿਆ ਚਾਚਾ ਜੀ ਰਹਿਣ ਦਿਓ, ਤੁਸੀਂ ਸਾਡਾ ਤਾਂ ਪੱਛੜ ਜਾ ਮਾਲ ਹੈ। ਉਹਨੇ ਆਖਿਆ ਨਹੀਂ ਯਾਰ ਇਹ ਤਾਂ ਗੱਲ ਨਹੀਂ ਨਾ ਵੀ ਸਾਡੀਆਂ ਖਾਣ ਤੇ ਤੇਰੀਆਂ ਭੁੱਖੀਆਂ ਰਹਿਣ। ਚਲੋ ਜੀ ਉਹਨਾਂ ਨੇ ਨਾ ਸਾਡਾ ਮਾਲ ਬੰਨ੍ਹਤਾ। ਸਾਨੂੰ ਨਹੀਂ ਉਹਨੇ ਪੁੱਛਿਆ ਵੀ ਤੁਸੀਂ ਰੋਟੀ ਖਾਧੀ ਹੈ ਜਾਂ ਖਾਣੀ ਹੈ ਜਾਂ ਕੀ ਗੱਲ ਜਾਂ ਕੀ ਬਾਤ। ਉਹ ਚੁੱਪ ਕਰਕੇ ਆਪਣੇ ਘਰ ਚਲੇ ਗਏ। ਘਰ ਜਾ ਕੇ ਉਹਨਾਂ ਨੇ ਰੋਟੀਆਂ, ਤਾਜ਼ੀਆਂ ਰੋਟੀਆਂ ਪਕਵਾਈਆਂ। ਉਸ ਵਕਤ ਅਸੀਂ ਬੱਚੇ ਸਾਂ, ਰੋਟੀਆਂ ਵੀ ਅਸੀਂ ਵਾਹਵਾ ਖਾਂਦੇ ਸੀ, 5-5 6 ਰੋਟੀਆਂ ਹਿੰਮਤ ਸੀ। ਹੁਣ ਤਾਂ ਬੁੱਢੇ ਹੋ ਗਏ, ਹੁਣ ਤਾਂ ਰੋਟੀ ਨਹੀਂ ਖਾਧੀ ਜਾਂਦੀ। ਉਹ 12-14 ਰੋਟੀਆਂ ਲਿਆਏ, ਚੰਗਾ ਗੜਵਾ ਦੁੱਧ ਦਾ ਲਿਆਏ। ਹੁਣ ਕਿੱਥੋਂ ਦੁੱਧ ਕੋ ਪਿਲਾ ਦੇਗਾ? ਚੰਗਾ ਗੜਵਾ 5-4 ਕਿਲੋ ਦੁੱਧ ਲਿਆਏ, ਨਾਲ ਸਾਲਣ ਸੁਲਣ ਪਕਾ ਕੇ ਰਾਤ ਦੇ 12-12:30 ਵਜੇ ਸਾਨੂੰ ਉਠਾਇਆ ਉਹਨਾਂ ਨੇ। ਦੋਵੇਂ ਭਰਾ ਸੀ ਪਏ, ਕਹਿਣ ਲੱਗਿਆ ਜੇ ਰੋਟੀ ਖਾਓ। ਮੈਂ ਕਿਹਾ ਚਾਚਾ ਜੀ ਤੁਸੀਂ ਤਾਂ ਬਹੁਤ ਖੇਚਲ ਕੀਤੀ। ਉਹਨੇ ਕਿਹਾ ਖਾ ਕੇ ਕਿੱਥੋਂ ਆਇਆ ਸੀ? ਮੈਂ ਕਿਹਾ ਜੀ ਕਿੱਥੋਂ ਖਾਣੀ ਸੀ? ਉਹਨੇ ਕਿਹਾ ਫਿਰ ਅਜ਼ਾਬ ਮੇਰੇ ਤੇ ਪਾਉਣਾ ਸੀ ਰਾਤ। ਖੈਰ ਜੀ ਉਹ ਵਕਤ ਲੰਘਦਾ ਰਿਹਾ। ਮੈਂ ਇਸੇ ਤਰ੍ਹਾਂ ਫਿਰਦਾ ਨਾ ਮੈਂ ਹਿਕਮਤ ਕੀਤੀ, ਸਾਰੇ ਜਹਾਨ ਤੇ ਫਿਰਿਆ। ਕਦੀ ਹਾਫਸਾਬਾਦ, ਕਦੀ ਲਾਹੌਰ, ਕਦੀ ਸ਼ੇਖੂਪੁਰੇ, ਕਦੀ ਕਿਤੇ ਜਿੱਧਰ ਨੂੰ ਮੇਰਾ ਮੌਤਲ ਮਾਹੌਲ ਹੁੰਦਾ ਮੈਨੂੰ ਫੋਨ ਆ ਜਾਂਦਾ, ਮੈਂ ਉੱਧਰ ਨੂੰ ਚਲਾ ਜਾਂਦਾ। ਅੱਜ ਮੇਰਾ ਦਿਲ ਮੰਨਿਆ ਵੀ ਕਿਸੇ ਬੰਦੇ ਨੇ ਤੇਰੇ ਤੇ ਇੱਕ ਨੇਕੀ ਕੀਤੀ ਸੀ, ਅੱਜ ਤੂੰ ਉਸ ਬੰਦੇ ਦੇ ਡੇਰੇ 'ਚ ਚੱਲ। ਮੈਂ ਫਿਰਦਾ ਜੀ ਉਸ ਗੰਜੀ ਹੱਟੀ ਪਿੰਡ ਦੇ ਵਿੱਚ ਮੈਂ ਗਿਆ। ਜਾ ਕੇ ਮੈਂ ਉਸ ਡੇਰੇ ਦੇ ਉੱਤੇ ਉਹਦੇ ਪੁੱਤ ਭਤੀਜੇ ਇਕੱਠੇ ਕੀਤੇ ਉਸ ਬਜ਼ੁਰਗ ਦੇ। ਉਹਨਾਂ ਨੇ ਕਿਹਾ ਜੀ ਬਜ਼ੁਰਗ ਤੇ ਬਹੁਤ ਮਜਬੂਰ ਨੇ, ਨਹੀਂ ਉੱਠ ਸਕਦੇ, ਤੁਸੀਂ ਬਾਬਾ ਜੀ ਠੀਕ ਆ ਕੋਈ ਸਾਨੂੰ ਦਵਾਈ ਬੂਟੀ ਦੇਣੀ ਹੈ ਤੇ ਚਲੋ ਤੁਸੀਂ ਲਿਖ ਦਿਓ। ਤੇ ਮੈਂ ਕਿਹਾ ਚਲੋ ਤੁਹਾਨੂੰ ਅਸੀਂ ਕੋਈ ਲਿਖ ਦਿੰਦੇ ਹਾਂ। ਉਹਨਾਂ ਨੇ ਫਿਰ ਸਾਡੇ ਕੋਲ ਇਹ ਵੀਡੀਓ ਬਣਵਾ ਲਈ ਹੈ ਜੀ। ਤੇ ਅੱਲਾਹ ਪਾਕ ਉਹਨਾਂ ਦੇ ਡੰਗਰਾਂ ਨੂੰ ਸ਼ਿਫਾ ਦੇਗਾ ਤੇ ਅਸੀਂ ਤੇ ਇਸ ਗੱਲ ਤੇ ਬਹੁਤ ਰਾਜੀ ਔਰ ਖੁਸ਼ ਹੈ। ਬਹੁਤ ਸ਼ੁਕਰੀਆ ਜੀ। ਹੁਣ ਤੁਸੀਂ ਕਿੱਥੇ ਰਹਿੰਦੇ ਆ? 15 ਹੁਣ ਜੀ 15 ਚੱਕ ਡਿਓੜੀ ਰਹਿੰਦੇ ਅਸੀਂ ਜੀ। ਅਸੀਂ ਜੀ ਰਾਜਪੂਤ ਬਲਾਦਰੀ ਹੈ ਸਾਡੀ। ਮੇਰੇ ਵਾਲਦ ਦੇ ਨਾਮ ਹਬੀਬ ਖਾਂ, ਮੇਰੇ ਨਾਮ ਜ਼ਹੂਰ ਅਹਿਮਦ ਹੈ। ਯੂਨੀਅਨ ਕੌਂਸਲ ਦੇ ਕੋਲ ਮੇਰਾ ਘਰ ਹੈ। ਤਹਿਸੀਲ ਸਾਡੀ ਸਫਦਰਾਬਾਦ ਹੈ, ਜ਼ਿਲ੍ਹਾ ਸਾਡਾ ਸ਼ੇਖੂਪੁਰ ਹੈ। ਪਿੱਛੋਂ ਅਸੀਂ ਰਿਆਸਤ ਪਟਿਆਲੇ ਦੇ ਰਹਿਣ ਵਾਲੇ ਹਾਂ। ਤਹਿਸੀਲ ਸਾਡੀ ਧੂਰੀ ਸੀ।
ਜ਼ਿਲ੍ਹਾ ਸਾਡਾ ਰਿਆਸਤ ਪਟਿਆਲਾ ਸੀ, ਪਿੰਡ ਸਾਡਾ ਕਹੇਰੂ ਸੀ। ਹਾਂਜੀ, ਉੱਥੋਂ ਉੱਜੜ ਕੇ ਅਸੀਂ ਮਤਲਬ ਹੈ ਜਦੋਂ ਪਾਕਿਸਤਾਨ ਬਣਿਆ 13 ਚੱਕ ਬੈਠੇ, 13 ਚੱਕ ਕੋਈ 10-20 ਸਾਲ ਰਹੇ। ਫਿਰ ਅਸੀਂ ਮਤਲਬ ਹੈ ਕਿ ਇਸ ਪਿੰਡ 'ਚ